दिल्ली सिख गुरुद्वारा प्रबंधक कमेटी वर्गी पवित्र संस्था के उत्ते प्रधान ते जनरल सकत्तर झूठ और कुफर तोड़न और सामने पकड़े जान। इन्हां दियां चोरियां चकारियां डकैतियां सब सामने इन्हां नूं फौरन अपने इस प्रेस कांफ्रेंस तो बाद अस्तीफे देने चाहिए। दिल्ली सिख गुरुद्वारा प्रबंधक कमेटी की कार्यकारिणी चोणां 'ਚ ਹੋਈ ਗੜਬੜੀਆਂ ਨੂੰ ਉਜਾਗਰ ਕਰਦੇ ਰਹੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਹਰਵਿੰਦਰ ਸਿੰਘ ਸਰਨਾ ਦੇ ਵੱਲੋਂ ਸਾਂਝੇ ਤੌਰ ਤੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਸਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨ ਬਾਰੇ ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਨੇ, ਜਿਸ ਦੀ ਜਾਣਕਾਰੀ ਹਰਵਿੰਦਰ ਸਿੰਘ ਸਰਨਾ ਨੇ ਦਿੱਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੀ ਚੋਣ ਹੋਈ ਸੀ। ਜਿਸ ਤਰ੍ਹਾਂ 12 ਘੰਟੇ ਇਹਨਾਂ ਨੇ ਸਰਕਾਰੀ ਅਫਸਰਾਂ ਨਾਲ ਮਿਲ ਕੇ ਜੋ ਖਰਾਬੀ ਕੀਤੀ ਔਰ ਜਿਸ ਤਰ੍ਹਾਂ ਪੁਲਿਸ ਦੀ ਮੁਖਾਲਫਤ ਤੋਂ ਬਾਅਦ ਇਹਨਾਂ ਨੇ ਚੋਣ ਕਰਾਈ, ਇਹ ਕੁਰਸੀਆਂ ਤੇ ਬੈਠੇ, ਇਸ ਗੱਲ ਦਾ ਇਲਮ ਤੁਹਾਨੂੰ ਸਾਰਿਆਂ ਨੂੰ ਹੈਗਾ। ਅਸੀਂ ਤਕਰੀਬਨ 15 ਦਿਨਾਂ ਬਾਅਦ ਇਲੈਕਸ਼ਨ ਪਟੀਸ਼ਨ ਜਿਹੜੀ ਸੀ ਉਹ ਹਾਈ ਕੋਰਟ 'ਚ ਪਾਈ ਸੀ। ਇਲੈਕਸ਼ਨ ਪਟੀਸ਼ਨਾਂ ਸਾਡੀਆਂ ਦੋ ਸਨ। ਇੱਕ ਸੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ, ਜਿਹਦਾ ਮੈਂ ਪ੍ਰਧਾਨ ਹਾਂ। ਇੱਕ ਸੀ ਹਰਵਿੰਦਰ ਸਿੰਘ ਸਰਨਾ ਵੱਲੋਂ। ਇੱਕ ਦੋ ਸੁਣਵਾਈਆਂ ਤੋਂ ਬਾਅਦ ਜੱਜ ਸਾਹਿਬ ਨੂੰ ਕੋਈ ਹੈ ਸੀ ਬਈ ਇਲੈਕਸ਼ਨ ਪਟੀਸ਼ਨ ਜਿਹੜੀ ਹੈਗੀ ਇਹ ਸੈਸ਼ਨ 'ਚ ਪਾਈ ਜਾ ਸਕਦੀ ਹੈ ਜਾਂ ਡਿਸਟ੍ਰਿਕਟ ਸੈਸ਼ਨ 'ਚ ਪਾਈ ਜਾ ਸਕਦੀ ਹੈ। ਪਰ ਸਾਡੇ ਵਕੀਲਾਂ ਨੇ ਸੁਪਰੀਮ ਕੋਰਟ ਦੀ ਜੱਜਮੈਂਟ ਲਿਆ ਕੇ ਉਹਨਾਂ ਦੇ ਰੱਖੀ ਬਈ ਜਿਹੜੀ ਕੰਸਰਨਡ ਪਾਰਟੀਜ਼ ਹੁੰਦੀਆਂ, ਪੋਲੀਟੀਕਲ ਪਾਰਟੀਜ਼ ਹੁੰਦੀਆਂ, ਉਹ ਇਲੈਕਸ਼ਨ ਪਟੀਸ਼ਨ ਪਾ ਸਕਦੀਆਂ। ਜੱਜ ਸਾਹਿਬ ਨੇ ਉਸ ਸੁਪਰੀਮ ਕੋਰਟ ਦੀ ਜੱਜਮੈਂਟ ਨੂੰ ਮੰਨ ਕੇ ਆਧਾਰ 'ਤੇ ਆਪਣੀ ਗੱਲ ਕੀਤੀ। ਇਨ ਦਾ ਮੇਨ ਟਾਈਮ ਇਹਨਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਕਿਸੇ ਤਰੀਕੇ ਇਹ ਮਾਮਲਾ ਡਿਲੇ ਹੁੰਦਾ ਜਾਏ। ਕਦੇ ਇਹਨਾਂ ਦਾ ਵਕੀਲ ਬਿਮਾਰ ਪੈ ਜਾਏ, ਕਦੇ ਕਿ ਮੈਂ ਦੂਸਰੀ ਕੋਰਟ 'ਚ ਹਾਂ। ਪਰ ਮਈ ਦੇ ਵਿੱਚ 4 ਮਈ ਦੀ ਡੇਟ ਸੀ, 6 ਮਈ ਪਈ, 6 ਮਈ ਵੀ ਇਹਨਾਂ ਨੇ ਬਹਾਨੇ ਲਾਏ, ਤਾਂ 10 ਮਈ ਨੂੰ ਜੱਜ ਸਾਹਿਬ ਨੇ ਆਰਡਰ ਕਰਤਾ ਕਿ ਉਸ ਦਿਨ ਸਾਰੀਆਂ ਪਾਰਟੀਆਂ ਇੱਥੇ ਹਾਜ਼ਰ ਹੋਣ। ਉਸ 10 ਮਈ ਦੀ ਤਰੀਕ ਨੂੰ ਉਹਨਾਂ ਨੇ ਆਰਡਰ ਕਰ ਦਿੱਤੇ, ਆਪਣੇ ਆਰਡਰ ਦੇ ਦਿੱਤੇ। ਹਾਲੇ ਆਰਡਰ ਜਿਹੜੇ ਸਨ ਉਹਦੀਆਂ ਕਾਪੀਆਂ ਬਾਹਰ ਨਹੀਂ ਸਨ ਆਈਆਂ, ਅਤੇ ਦਿੱਲੀ ਕਮੇਟੀ ਦੇ ਜਿਹੜੇ ਕਾਰਜਕਾਰੀ ਦਲ ਦੇ ਚੇਅਰਮੈਨ ਹੈਗੇ ਅਤੇ ਪ੍ਰਧਾਨ ਸਾਹਿਬ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਜਿਵੇਂ ਇਹ ਜਨਮ ਜਮਾਨ ਤੋਂ ਝੂਠ ਔਰ ਕੁਫਰ ਤੋਲਣ ਦੇ ਆਦੀ ਹੈਗੇ, ਔਰ ਮੇਰੇ ਖਿਆਲ ਸ਼ਾਇਦ ਇਹਦੇ ਘਰ ਵਾਲਿਆਂ ਨੇ ਜਦ ਇਹ ਜੰਮਿਆ ਸੀ ਤੇ ਮੂੰਹ 'ਚ ਪਾਉਂਦੇ ਨੇ ਪਹਿਲੀ ਗਰਾਈ ਬਈ ਉਹ ਬੰਦਾ ਠੀਕ ਰਹੇ। ਜਿਹੜੇ ਇਹਨਾਂ ਦੇ ਖਾਨਦਾਨ ਸਭ ਤੋਂ ਝੂਠ ਪਾਲਣ ਸੀ ਉਹਦੇ ਮੂੰਹ 'ਤੇ ਗੁੜਤੀ ਦਿੱਤੀ। ਅਤੇ ਮੈਂ ਦੇਖ ਰਿਹਾ ਪਿਛਲੇ 15-20 ਸਾਲਾਂ ਤੋਂ ਝੂਠ ਤੋਂ ਇਲਾਵਾ, ਕੁਫਰ ਤੋਂ ਇਲਾਵਾ ਇਹਨਾਂ ਕੋਲ ਕੋਈ ਨਹੀਂ। ਇਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਹਿਤਾ ਕਿ ਇਹ ਜਿਹੜੀ ਪਟੀਸ਼ਨ ਹੈਗੀ ਇਹ ਹਾਰ ਗਏ ਜੀ, ਹਰਵਿੰਦਰ ਸਿੰਘ ਸਰਨਾ ਨੱਸ ਗਿਆ ਜੀ ਔਰ ਅਸੀਂ ਜਿੱਤ ਗਏ ਸੀ। ਇਹ ਆਪਣੇ ਆਪ ਨੂੰ ਬੜਾ ਵਕੀਲ ਮੁਕਲ ਰੋਹਤਗੀ ਦਾ ਅਸਿਸਟੈਂਟ ਸਮਝਣ ਵਾਲਾ ਇਹਨਾਂ ਦਾ ਜਨਰਲ ਸਕੱਤਰ ਕਾਲੋਂ ਉਹ ਵੀ ਬੜੀਆਂ ਸਫਾਈਆਂ ਪੇਸ਼ ਕਰਨ ਲੱਗਾ। ਪਰ ਅੱਜ ਇਹਨਾਂ ਦਾ ਝੂਠ ਔਰ ਕੁਫਰ ਜੋ ਹੈ ਮੈਂ ਤੁਹਾਡੇ ਸਾਹਮਣੇ ਲਿਆਂਦਾ ਵਾਂ। ਤੁਸੀਂ ਜਿਹੜੀ ਜੱਜਮੈਂਟ ਆਈ ਹੈ 4 ਵਰਕਿਆਂ ਦੀ, ਉਹਦੇ ਲਾਸਟ ਪਾਰਟ 1 ਤੋਂ ਤੁਸੀਂ ਇਹ ਦੇਖ ਲਓ। ਪੈਰਾ ਨੰਬਰ 4 ਦੇ ਵਿੱਚ ਵਰਡਿੰਗ ਸੁਣਨ ਵਾਲੀ ਹੈਗੀ, ਦੇਖਣ ਪੜ੍ਹਨ ਵਾਲੀ ਹੈ। ਇਨ ਮਾਈ ਵਿਊ the petition number 2's plea to seek withdrawal of writ petition of the petition number 2 with liberty to approach the learned district judge in terms of rule 17 of the DAGMC rules within 10 days deserve to be allowed. It is therefore made clear that in case
the election petition is preferred by the petition number 2 within 10 days from today, the same will be considered on its own merits and will not be rejected on the ground of limitation. मतलब ਇਹ ਨਹੀਂ ਵੀ ਆ 4 ਮਹੀਨੇ ਬਾਅਦ ਅਗਰ ਉਹ ਪਾ ਰਿਹਾ ਹੈ ਤਾਂ ਡਿਸਟ੍ਰਿਕਟ ਕੋਰਟ ਉਸ ਨੂੰ ਰਿਜੈਕਟ ਨਹੀਂ ਕਰ ਸਕਦੀ। ਹਾਈ ਕੋਰਟ ਨੇ ਆਰਡਰ ਕਰ ਦਿੱਤਾ ਕਿ ਇਹ ਇਲੈਕਸ਼ਨ ਪਟੀਸ਼ਨ ਅਗਰ ਡਿਸਟ੍ਰਿਕਟ ਜੱਜ ਆਪਣੀ ਮਰਜ਼ੀ ਅਨੁਸਾਰ ਪਾਉਂਦੇ ਨੇ ਤਾਂ ਉਸ ਨੂੰ ਉਸ ਬੇਸ ਦੇ ਉੱਤੇ ਰਿਜੈਕਟ ਨਹੀਂ ਕੀਤਾ ਜਾਏਗਾ। ਫਿਰ ਉਸ ਤੋਂ ਬਾਅਦ ਪੈਰਾ ਨੰਬਰ 5 ਦੇ ਵਿੱਚ दूसरी लाइन से लिखते हैं, इट विल बी ओपन फॉर द सेड पिटिशनर टू रेज all grounds including the grounds raised in the present petition in appropriate proceedings। मतलब ਜਿਹੜੀਆਂ ਗਰਾਊਂਡ ਅਸੀਂ ਉਹਨਾਂ ਦਿੱਤੀਆਂ ਉਹਨਾਂ ਗਰਾਊਂਡ ਦੇ ਉੱਤੇ ਉਹ ਡਿਸਟ੍ਰਿਕਟ ਸੈਸ਼ਨ ਵਿੱਚ ਜਾ ਸਕਦੇ ਹਨ, ਸੈਸ਼ਨ ਕੋਰਟ ਵਿੱਚ ਜਾ ਸਕਦੇ ਹਨ। छेवें नंबर 'ਚ ਇਹ ਮੈਂ ਤੁਹਾਨੂੰ ਮੋਟੀਆਂ ਗੱਲਾਂ ਦੱਸ ਰਿਹਾ, ਬਾਕੀ ਤੁਸੀਂ ਪੜ੍ਹ ਲਓ। ਇਨ ਸੋ ਫਾਰ ਦਾ ਪਟੀਸ਼ਨ ਨੰਬਰ 1 ਇਜ਼ ਕੰਸਰਨਡ, ਹੁਣ ਜਿਹੜੇ ਇਹਨਾਂ ਨੂੰ ਅੰਗਰੇਜ਼ੀ ਵੀ ਨਹੀਂ ਆਉਂਦੀ ਤੇ ਮੁਕਲ ਰੋਦਗੀ ਦੇ ਅਸਿਸਟੈਂਟ ਬਣੇ ਹੋਏ ਨੇ ਉਹਨਾਂ ਨੂੰ ਪੜ੍ਹਾ ਦਿਓ। ਇਨ ਸੋ ਫਾਰ ਦਾ ਪਟੀਸ਼ਨ ਨੰਬਰ 1 ਇਜ਼ ਕੰਸਰਨਡ, Mr. Tanmay Mehta submits that the said petition, despite being aggrieved in the highly illegal manner in which the said elections of by were held, has no other remedy, especially in these extraordinary circumstances when the election was held in a wholly illegal manner. In respect of this plea, he places reliance on the decision of Apex Court Bharat Reddy vs. State of Karnataka and other 2018-12 SCC Supreme Court ਦਾ ਆਰਡਰ ਹੈਗਾ, ਆਰਡਰ ਨੰਬਰ 61। issue notice land councils for the respondents accept notice। ਉਹਨਾਂ ਕਿਹਾ ਇਸ਼ੂ ਨੋਟਿਸ ਜਿਹੜੇ ਹੈਗੇ ਇਹਨਾਂ ਨੂੰ ਸਾਰਿਆਂ ਨੂੰ ਇਸ਼ੂ ਕਰਤੇ ਜਾਣ। counter affidavit be filed within 4 weeks. It will be open for the respondents to take the objection of maintainability in their counter affidavits. Rejoinder thereto to file within 4 weeks thereafter. List on 29/8/2022। ਇਸ ਤੋਂ ਬਾਅਦ ਵੀ ਅਗਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਔਰ ਝੂਠ ਔਰ ਕੁਫਰ ਬੋਲਦੇ ਪਏ ਨੇ, ਗੱਲ ਬੜੀ ਕਲੀਅਰ ਹੈ। ਇਹ ਕਹਿੰਦੇ ਜੀ ਇਹਨਾਂ ਨੇ ਸੋਚਿਆ ਬਈ ਜੇ ਅਸੀਂ ਇਹ ਝੂਠ ਔਰ ਕੁਫਰ ਨਾ ਤੋਲਿਆ, ਜਿਹੜੀ ਇਹਨਾਂ ਨੂੰ ਇੱਕ ਪੈਸਾ ਉਮੀਦ ਨਹੀਂ ਸੀ ਕਿ ਹਾਈ ਕੋਰਟ ਸਾਡੀ ਪਟੀਸ਼ਨ ਐਕਸੈਪਟ ਕਰੇਗੀ, ਔਰ ਉਹਨਾਂ ਨੂੰ ਉਮੀਦ ਸੀ ਵੀ ਰਿਜੈਕਟ ਹੋਏਗੀ, ਇਹ ਨਹੀਂ ਬਣਦੀ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਸਾਡੇ ਮੈਂਬਰ ਦੱਖਣ ਜਾਣਗੇ। ਉਹਨਾਂ ਨੂੰ ਬਚਾਉਣ ਦੇ ਲਈ ਇਹਨਾਂ ਨੇ ਪਰਸੋਂ ਦੀ ਪ੍ਰੈਸ ਕਾਨਫਰੰਸ ਵਿੱਚ ਝੂਠ ਔਰ ਕੁਫਰ ਤੋਲਿਆ। ਸਾਨੂੰ ਇਹਨਾਂ ਗੱਲਾਂ ਦਾ ਪਤਾ ਸੀ, ਪਰ ਜਦ ਤੱਕ ਸਾਡੇ ਕੋਲ ਫੈਸਲਾ ਹੱਥ ਵਿੱਚ ਨਾ ਆ ਜਾਏ, ਫਿਰ ਕੱਲ੍ਹ ਸਾਡਾ ਅੰਮ੍ਰਿਤਸਰ ਜਾਣਾ ਬਹੁਤ ਜ਼ਰੂਰੀ ਸੀ, ਅਸੀਂ ਅੰਮ੍ਰਿਤਸਰ ਗਏ। ਇਸ ਲਈ ਅੱਜ ਅਸੀਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਆਪਣੇ ਵਿਚਾਰ ਔਰ ਜੋ ਕੋਰਟ ਨੇ ਫੈਸਲਾ ਕੀਤਾ ਉਹ ਸਾਂਝੇ ਕਰ ਰਹੇ ਹਾਂ। ਮੈਂ ਸਮਝਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਪਵਿੱਤਰ ਸੰਸਥਾ ਦੇ ਉੱਤੇ ਪ੍ਰਧਾਨ ਅਤੇ ਜਨਰਲ ਸਕੱਤਰ ਝੂਠ ਔਰ ਕੁਫਰ ਤੋੜਨ ਵਾਲੇ ਔਰ ਉਹ ਸਾਹਮਣੇ ਪਕੜੇ ਜਾਣ, ਇਹਨਾਂ ਦੀਆਂ ਚੋਰੀਆਂ ਚਕੈਰੀਆਂ ਡਕੈਤੀਆਂ ਸਭ ਸਾਹਮਣੇ ਨੇ। ਇਹਨਾਂ ਨੂੰ ਫੌਰਨ ਆਪਣੇ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਅਸਤੀਫੇ ਦੇਣੇ ਚਾਹੀਦੇ ਨੇ। ਇਹਨਾਂ ਦਾ ਕੋਈ ਹੱਕ ਨਹੀਂ ਰਹਿ ਗਿਆ ਔਰ ਬਹੁਤ ਛੇਤੀ ਜਿਹੜੇ ਹਨ ਇਹਨਾਂ ਨੂੰ ਅਸਤੀਫੇ ਦੇਣੇ ਪੈਣਗੇ। ਔਰ ਜਿਹੜਾ ਬੰਦਾ ਇਹਨਾਂ ਧਾਰਮਿਕ ਸੰਸਥਾਵਾਂ ਦੇ ਝੂਠ ਔਰ ਕੁਫਰ ਤੋਲੇ, ਉਹਨੂੰ ਰਹਿਣ ਦਾ ਕੋਈ ਹੱਕ ਨਹੀਂ ਰਹਿ ਗਿਆ। ਪੁੱਛਣਾ ਤਾਂ ਨਹੀਂ, ਅਲੱਗ ਸੀ ਪਟੀਸ਼ਨ ਨੰਬਰ 1 ਐਂਡ ਪਟੀਸ਼ਨ ਨੰਬਰ 2। ਪਟੀਸ਼ਨ ਨੰਬਰ 1 ਇਜ਼ ਸ਼੍ਰੋਮਣੀ ਅਕਾਲੀ ਦਲ ਦਿੱਲੀ, ਪਟੀਸ਼ਨ ਨੰਬਰ 2 ਇਜ਼ ਫਰਾਮ ਹਰਵਿੰਦਰ ਸਿੰਘ ਸਰ। ਹੁਣ ਜਾ ਇਤਨੀ ਮੈਂ ਨਹੀਂ ਪੁੱਛੀ, ਦੇਖੋ ਹਾਂ ਉਹ ਨਹੀਂ ਮੈਨੂੰ ਪਤਾ। ਨੋਟਿਸ ਤਾਂ ਜਿਹੜੀਆਂ ਹੈਗੀਆਂ ਦਿੱਲੀ ਕਮੇਟੀ ਨੂੰ ਹੋਇਆ, ਦਿੱਲੀ ਸਰਕਾਰ ਨੂੰ ਹੋਇਆ, ਔਰ ਡਾਇਰੈਕਟਰ ਆਫ ਗੁਰਦੁਆਰਾ ਨੂੰ ਹੋਇਆ। ਕੀਤੇ ਨਹੀਂ ਕੀਤੇ 4 ਹਫ਼ਤੇ ਪਤਾ ਚੱਲ ਜਾਏਗਾ।
ਬੜੀ ਸਪਸ਼ਟ ਗੱਲ ਹੈਗੀ ਦੇ ਸ਼ੀ ਹੈਜ਼ ਗਿਵਨ ਐਂਪਲ ਟਾਈਮ। ਇਹ ਨਹੀਂ ਕਿ 7 ਦਿਨ ਦਾ ਨੋਟਿਸ ਹੈ ਅਸੀਂ ਮਗਰ ਲੱਗ ਜਾਈਏ ਵੀ ਤੁਹਾਨੂੰ ਨੋਟਿਸ ਇਸ਼ੂ ਹੋਇਆ ਨਹੀਂ ਹੋਇਆ। ਸ਼ਾਰਟ ਟਾਈਮ ਦੇ ਉੱਤੇ ਪਟੀਸ਼ਨਰ ਦੁਆਰਾ ਪਰਸਿਊ ਕਰਦਾ ਵੀ ਨੋਟਿਸ ਇਸ਼ੂ ਨਹੀਂ ਹੋਇਆ। ਇਹ ਤੇ 4 ਹਫ਼ਤੇ ਵੇ ਐਂਪਲ ਟਾਈਮ ਹੈਗਾ, ਜ਼ਰੂਰ ਇਸ਼ੂ ਕਰਨਗੇ। ਨਹੀਂ ਕਰਨਗੇ ਤਾਂ ਦੇਖਣਾ 2 ਦਿਨ 'ਚ ਕੰਮ ਹੋ ਜਾਏਗਾ। ਹਾਂਜੀ ਜਾ ਸਕਦੇ ਹਨ। ਇਹ ਸਾਡੀ ਲੀਗਲ ਟੀਮ ਫੈਸਲਾ ਕਰੇਗੀ, ਅਸੀਂ ਨਹੀਂ ਕਰਨਾ ਕਿਉਂਕਿ ਅਸੀਂ ਕੱਲ੍ਹ ਬਾਹਰ ਸਾਂ। ਅੱਜ ਆਏ ਹਾਂ, ਅੱਜ ਸਵੇਰੇ ਉੱਠ ਕੇ ਤੁਹਾਡੇ ਕੋਲ ਆ ਗਿਆ। ਜੋ ਸ਼ਾਮ ਨੂੰ ਸਾਡੀ ਮੀਟਿੰਗ ਹੈਗੀ, ਜੋ ਸਾਨੂੰ ਸਾਡੀ ਲੀਗਲ ਟੀਮ ਐਡਵਾਈਸ ਕਰੇਗੀ ਉਸ ਹਿਸਾਬ ਨਾਲ ਅਸੀਂ ਜਾਵਾਂਗੇ। ਸਰਨਾ ਸਾਹਿਬ, ਲੀਗਲ ਟੀਮ ਦੇ ਨਾਲ ਤੁਹਾਡੀ ਮੀਟਿੰਗ ਜਦ ਤੁਸੀਂ ਕਰਕੇ ਤੇ ਕਦ ਤੱਕ ਤੁਸੀਂ ਦੱਸੋਗੇ? ਉਹ ਦੂਜੀ ਚੀਜ਼ ਇੱਕ ਪੁੱਛਣਾ ਚਾਹੁੰਦਾ ਨਾਲ ਕਿ ਅੱਜ ਕੱਲ੍ਹ ਦਿੱਲੀ ਕਮੇਟੀ ਵੀ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਜਿਹੜੀਆਂ ਨੇ ਅੰਮ੍ਰਿਤਸਰ ਤੋਂ ਕਰ ਰਹੀ ਹੈ, ਕੀ ਕਹਿਣਾ ਚਾਹੋਗੇ? ਦੇਖੋ ਗੱਲ ਇਹ ਹੈਗੀ ਜੀ ਕਿ ਜਿਸ ਵਕਤ ਦੀਵਾ ਬੁੱਝਣ ਵਾਲਾ ਹੁੰਦਾ ਹੈ ਨਾ ਤਾਂ ਲਾਈਟ ਬੜੀ ਉੱਤੇ ਚਾ ਕੇ ਜਾਂਦਾ। ਤੇ ਇਹ ਦੀਵੇ ਬੁੱਝਣ ਵਾਲੇ ਨੇ, ਇਸ ਵਾਸਤੇ ਇਹਨੇ ਕਿਹਾ ਵੀ ਮੁਫਤ ਦੇ ਵਿੱਚ ਮਾਲੇ ਮੁਫਤ ਦਿਲੇ ਬਹਿਰਾਮ ਜਿੰਨੀਆਂ ਪ੍ਰੈਸ ਕਾਨਫਰੰਸਾਂ ਕਰ ਲਓ, ਉਸ ਤੋਂ ਬਾਅਦ ਪਤਾ ਨਹੀਂ ਤੁਸੀਂ ਮੂੰਹ ਲਾਣਾ ਨਹੀਂ ਲਾਣਾ। ਸਰਨਾ ਸਾਹਿਬ, ਇੱਕ ਹੋਰ ਸਵਾਲ ਹੈ ਕਿ 5 ਮਹੀਨਿਆਂ ਨੂੰ ਕਮੇਟੀ ਨੂੰ ਗੁਜ਼ਰ ਚੁੱਕਿਆ, ਹੁਣ 3 ਮਹੀਨਿਆਂ ਦੀ ਡੇਟ ਉਹਨਾਂ ਨੇ ਹੋਰ ਪਾਸ ਕੀਤੀ, 8 ਮਹੀਨੇ ਹੋ ਗਏ ਔਰ 24 ਮਹੀਨਿਆਂ ਦਾ ਤਾਂ ਪੂਰੇ ਟੈਨਓਵਰ ਹੁੰਦਾ। ਇਸ ਤਰ੍ਹਾਂ ਅਗਰ ਹੋਰ ਨਹੀਂ ਤਾਂ ਮੈਂ ਕਹ ਰਿਹਾ ਜੀ ਕਮਾਲ ਕਰਦੇ ਪਏ ਹੋ। ਇਹ ਸਾਲ ਲੰਘ ਜਾਏ, ਅਸੀਂ ਸਾਬਤ ਕਰਨਾ ਹੈ ਇਲੀਗਲ ਇਲੈਕਸ਼ਨ ਹੈ। ਅਸੀਂ ਸਾਬਤ ਕਰਨਾ ਹੈ ਪੁਲਿਸ ਨਾਲ ਐਡਮਿਨਿਸਟ੍ਰੇਸ਼ਨ ਦੇ ਜ਼ੋਰ ਨਾਲ ਇਲੈਕਸ਼ਨ ਜਿੱਤੇ। ਅਸੀਂ ਸਾਬਤ ਕਰਨਾ ਹੈ ਜਿਹੜੀ ਇਲੈਕਸ਼ਨ ਦਾ ਟਾਈਮ ਡਿਊਰੇਸ਼ਨ ਸ਼ੁੱਡ ਨਾਟ ਬੀ ਮੋਰ ਦੈਨ 60 ਮਿੰਟਸ। ਇਹਨਾਂ ਨੇ ਲਾਤੇ ਉਹਦੇ ਨਾਲ ਕਿ 1440 ਮਿੰਟ। ਅਗਰ ਇਹਨੂੰ ਸਾਬਤ ਕਰਦੇ ਕਰਦੇ 2 ਸਾਲ ਨਿਕਲ ਗਏ ਤਾਂ ਅਗਲੀ ਇਲੈਕਸ਼ਨ ਵੀ ਫਿਰ ਤਾਂ ਖਰਾਬ ਹੋ ਜਾਏਗੀ। ਖਰਾਬ ਕਿਉਂ ਹੋਏਗੀ? ਜਿਹੜਾ ਬਣੇਗਾ 2 ਸਾਲ ਪੂਰਾ ਕਰੇਗਾ। ਖਰਾਬ ਕਿਉਂ ਹੋਏਗੀ? ਜਦ ਇਹ ਇਲੀਗਲ ਚਲੀ ਜਾਏਗੀ, ਇਲੀਗਲ ਹੋ ਜਾਏਗੀ, ਉਸ ਤੋਂ ਬਾਅਦ ਫਿਰ ਟਰਮ ਸ਼ੁਰੂ ਹੋਏਗੀ ਜਿਹੜੀ ਐਗਜ਼ੈਕਟਿਵ। ਮੈਂ ਕਹਿ ਰਿਹਾ ਲਟਕਦਾ ਰਿਹਾ ਜਿੱਦਾਂ ਕੋਰਟ ਦੀ ਹੈਗੀ ਕਿ ਮਾਮਲੇ ਲਟਕਦਾ ਉਹ ਕੋਈ ਗੱਲ ਨਹੀਂ, ਲਟਕਣ ਦਿਓ। ਜਿਤਨਾ ਲਟਕੇਗਾ ਉਤਨੀਆਂ ਨਹੀਂ ਆਉਂਦੀਆਂ ਡਕੈਤੀਆਂ, ਚੋਰੀਆਂ। ਅਗਲਾ ਲਫ਼ਜ਼ ਨਹੀਂ ਵਰਤਣਾ ਚਾਹੁੰਦਾ। ਨਹੀਂ, ਤੁਸੀਂ ਕੋਰਟ ਵਿੱਚ ਇਹ ਨਹੀਂ ਕਰ ਸਕਦੇ ਕਿ 2 ਮਹੀਨੇ ਦੀ ਟੈਨਓਵਰ ਹੈ ਤੇ ਇਹਦੀ ਡੇਟ ਸ਼ਾਰਟ ਪਾਈ ਹੈ। ਦੇਖੋ ਗੱਲ ਹੈਗੀ ਜੀ ਵੀ ਅਸੀਂ ਤੇ ਲੜ ਨਹੀਂ ਸਕਦੇ। ਜਿਹੜੇ ਵਕੀਲ ਬੈਠੇ ਹੋਏ ਨੇ ਇਤਨੇ ਤਗੜੇ ਸਾਡੇ, ਅਸੀਂ ਉਹਨਾਂ ਨੂੰ ਥੋੜ੍ਹੀ ਕਹਿ ਸਕਦੇ ਹਾਂ ਬਈ ਤੁਸੀਂ ਇਹ ਨਹੀਂ ਕੀਤਾ। ਪਹਿਲੇ ਜੱਜ ਸਾਹਿਬ ਨੇ ਆਪਣੀਆਂ ਸ਼ਾਰਟ ਟਰਮ ਡੇਟ ਦਿੱਤੀਆਂ, ਕੋਈ ਵੀ ਡੇਟ 2 ਹਫ਼ਤੇ ਤੋਂ ਬਾਅਦ ਨਹੀਂ ਦਿੱਤੀ। ਇਹ ਹੈਗਾ ਕਿ ਇਹ 4 ਹਫ਼ਤੇ ਦਾ ਤਾਂ ਨੋਟਿਸ ਹੋ ਗਿਆ। ਫਿਰ ਨੋਟਿਸ ਤੋਂ ਬਾਅਦ ਉਹਨਾਂ ਦਾ ਜਵਾਬ ਆਉਣਾ ਹੈ, ਜਵਾਬ ਦਾ ਫਿਰ ਅਸੀਂ ਵਾਪਸ ਜਵਾਬ ਦੇਣਾ ਹੈ। 15-20 ਦਿਨ ਡਿਲੇ ਕੀਤੀ ਹੈ ਸਾਡੇ ਹਿਸਾਬ ਸੇ। ਹਾਂ, ਕੋਈ ਨਾ 1 ਮਹੀਨਾ ਤੇ ਛੁੱਟੀਆਂ ਵੀ ਹੈਗੀਆਂ। ਦਿੱਲੀ ਹਾਈ ਕੋਰਟ ਦੀ ਬੈਂਚ ਨੇ ਇਹ ਵੀ ਪਾਇਆ ਕਿ ਹਰਵਿੰਦਰ ਸਿੰਘ ਸਰਨਾ ਖੁਦ ਕਾਰਜਕਾਰਨੀ ਚੋਣ 'ਚ ਉਮੀਦਵਾਰ ਨਹੀਂ ਸਨ। ਅਜਿਹੇ 'ਚ ਤਕਨੀਕੀ ਰੂਪ 'ਚ ਉਹਨਾਂ ਨੂੰ ਪਟੀਸ਼ਨ ਨਿੱਜੀ ਤੌਰ ਤੇ ਨਹੀਂ ਦਾਇਰ ਕਰਨੀ ਚਾਹੀਦੀ। ਸਾਰੇ ਪੱਖਾਂ ਨੂੰ ਵੇਖਦੇ ਹੋਏ ਅਦਾਲਤ ਨੇ ਹਰਵਿੰਦਰ ਸਿੰਘ ਸਰਨਾ ਨੂੰ ਆਪਣੀ ਪਟੀਸ਼ਨ ਵਾਪਿਸ ਲੈਣ ਦੀ ਇਜਾਜ਼ਤ ਦਿੱਤੀ ਹੈ। ਦਿੱਲੀ ਤੋਂ ਦਵਿੰਦਰ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।